ਚੱਲ ਰਹੀ ਗੁਰਬਾਣੀ ਸ਼ਬਦ ਦੀ ਜੋ ਵਿਚਾਰ ਹੈ, ਜੋ ਗੁਰ ਕਿਰਪਾ ਦੁਆਰਾ ਆਪਾਂ ਸਾਰੇ ਰਲ ਮਿਲ ਕੇ ਕਰਦੇ ਹਾਂ। ਜਿੰਨੀ ਕੁ ਸੋਝੀ ਗੁਰਬਾਣੀ ਬਖਸ਼ਦੀ ਹੈ, ਉਨੀ ਕੁ ਵਿਚਾਰ ਕੀਤੀ ਜਾਂਦੀ ਹੈ। ਅੱਜ ਦਾ ਜੋ ਵਚਨ ਹੈ ਸਾਹਿਬ ਦਾ, ਜਿਸ ਦੀ ਵਿਚਾਰ ਆਪਾਂ ਰਲ ਮਿਲ ਕੇ ਕਰਾਂਗੇ। ਆਖੈ ਕੀਤੇ ਕੀਤੇ ਬੁੱਧ, ਆਖੈ ਦਾਨਵ, ਆਖੈ ਦੇਵ, ਆਖੈ ਸੁਰ ਨਰ ਮੁਨੀ ਜਨ ਸੇਵ। ਪਾਤਸ਼ਾਹ ਕਹਿੰਦੇ ਕੀਤੇ ਹੀ ਬੁੱਧ ਭਾਵ ਕੇ ਸ੍ਰੇਸ਼ਟ, ਸੂਝਵਾਨ, ਅਕਲਵਾਨ, ਬੁੱਧਵਾਨ ਹੋਏ ਹਨ ਤੇ ਹੁਣ ਵੀ ਹਨ। ਇੱਕ ਤੋਂ ਇੱਕ ਵੱਧ ਕੇ ਤੇਰੇ ਹੁਕਮ ਦੀ ਵਿਆਖਿਆ ਕਰਦੇ ਹਨ। ਭਾਵ ਬੇਅੰਤ ਬੇਅੰਤ ਆਖਦੇ ਹਨ। ਜਿਵੇਂ ਗੁਰਬਾਣੀ 'ਚ ਪਾਤਸ਼ਾਹ ਕਹਿੰਦੇ ਭੈ ਵਿੱਚ ਸਿੱਧ ਪੀਰ ਸੁਰਨਾਥ। ਹੁਕਮੀ ਦੀ ਗੱਲ ਕਹੀ ਹੈ ਇੱਥੇ ਪਾਤਸ਼ਾਹ ਨੇ ਕਿ ਬੁੱਧਵਾਨ ਹੀ ਮਾਇਆ ਤੇ ਸੱਚ ਦਾ ਨਿਤਾਰਾ ਕਰਦਾ ਹੈ ਕਿ ਮਾਇਆ ਕੀ ਹੈ, ਸੱਚ ਕੀ ਹੈ। ਸੋ ਸਿੱਧ ਤਾਂ ਪਹਾੜਾਂ ਵਿੱਚ ਰਹਿਣ ਵਾਲੇ ਗੋਰਖ ਦੇ ਚੇਲੇ ਵੀ ਕਹਾਉਂਦੇ ਸਨ, ਨਾਥ ਵੀ ਅਖਵਾਉਂਦੇ ਸਨ, ਜਿਵੇਂ ਗੋਰਖਨਾਥ, ਮਛੰਦਰਨਾਥ, ਭੰਗਰਨਾਥ, ਗੋਪੀਨਾਥ ਆਦਿ। ਤੇ ਸੁਰ ਬ੍ਰਾਹਮਣ ਕਹਾਉਂਦੇ ਆਪਣੇ ਆਪ ਨੂੰ ਦੇਵਤੇ, ਕਿ ਅਸੀਂ ਦੇਵਤੇ ਹਾਂ। ਪੀਰ ਬੜੇ ਨੇ ਇਸਲਾਮ ਦੇ ਵਿੱਚ, ਪਰ ਇਹ ਭੈ ਤੋਂ ਬਾਹਰ ਵਾਲੇ ਨੇ, ਜਿਹਦੀ ਗੱਲ ਗੁਰਬਾਣੀ ਕਰਦੀ ਹੈ। ਗੁਰੂ ਸਾਹਿਬ ਜੀ ਕਹਿੰਦੇ ਆ ਭੈ ਵਿੱਚ ਰਹਿਣ ਵਾਲਾ ਸਿੱਧ, ਪੀਰ, ਸੁਰਨਾਥ, ਬੁੱਧ, ਇਹ ਸਾਰੇ ਗੁਰਮੁਖ ਹਨ। ਇੰਜ ਕਹਿ ਲਵੋ ਕਿ ਸਾਰੇ ਭਗਤ ਹੀ ਹਨ, ਹੁਕਮੀ ਬੰਦੇ ਹਨ। ਹੁਕਮ ਵਿੱਚ ਰਹਿਣ ਦਾ ਹੀ ਉਪਦੇਸ਼ ਦਿੰਦੇ ਹੈ। ਆਖੇ ਕੀਤੇ ਕੀਤੇ ਬੁੱਧ, ਕਿ ਜੋ ਕੁਛ ਵੀ ਪਿੱਛੋਂ ਪਰਮੇਸ਼ਰ ਦਾ ਹੁਕਮ ਆਉਂਦਾ ਉਹੀ ਆਖਦੇ ਹਨ। ਪਤਾ ਨਹੀਂ ਕਿੰਨੇ ਕਿੰਨੇ, ਉਹੀ ਅਸਲ ਵਿੱਚ ਬੁੱਧਵਾਨ ਹੈ, ਉਹੀ ਸ਼ੁੱਧ ਪੁਰਸ਼ ਹੈ, ਉਹੀ ਸ੍ਰੇਸ਼ਟ ਪੁਰਸ਼ ਹੈ, ਜਿਹੜਾ ਪੁਰਸ਼ ਉਹਦੇ ਹੁਕਮ ਵਿੱਚ ਚੱਲਦਾ ਹੈ, ਜਿਹੜਾ ਉਹਦੀ ਰਜ਼ਾ ਵਿੱਚ ਚੱਲਦਾ ਹੈ, ਉਹਦੀ ਭੈ ਵਿੱਚ ਚੱਲਦਾ ਹੈ। ਉਸ ਦੀ ਗੱਲ ਗੁਰਬਾਣੀ ਆਖਦੀ ਹੈ। ਉਸ ਤੋਂ ਅੱਗੇ ਪਾਤਸ਼ਾਹ ਕਹਿੰਦੇ ਆਖੈ ਦਾਨਵ, ਆਖੈ ਦੇਵ, ਆਖੈ ਸੁਰ ਨਰ ਮੁਨੀ ਜਨ ਸੇਵ। ਹੁਣ ਦਾਨਵ ਆਖਦੇ ਨੇ ਰਾਖਸ਼ ਨੂੰ, ਅਸਲ ਵਿੱਚ ਇਹ ਵੀ ਇਹੀ ਆਖਦੇ ਹਨ ਕਿ ਪਰਮੇਸ਼ਰ ਤਾਂ ਹੈ, ਪਰ ਜਿਸ ਤਰ੍ਹਾਂ ਦਾ ਤੁਸੀਂ ਬਿਆਨ ਕਰਦੇ ਹੋ ਉਸ ਤਰ੍ਹਾਂ ਦਾ ਨਹੀਂ। ਜਿਨ੍ਹਾਂ ਨੂੰ ਅੱਜ ਅਸੀਂ ਨਾਸਤਕ ਕਹਿ ਦਿੰਦੇ, ਤਰਕਵਾਦੀ ਆਖ ਦਿੰਦੇ, ਅਸਲ ਵਿੱਚ ਉਹਨਾਂ ਦਾ ਜਿਹੜਾ ਕਹਿਣਾ ਹੁੰਦਾ ਹੈ, ਕਿਉਂਕਿ ਉਹਨਾਂ ਨੇ ਵੀ ਧਰਮ ਦੇ ਗ੍ਰੰਥਾਂ ਨੂੰ ਪੜ੍ਹਿਆ ਹੁੰਦਾ ਹੈ। ਕਿਉਂਕਿ ਜਿਹੜਾ ਧਰਮ ਦੇ ਗ੍ਰੰਥ ਦੇ ਅੰਦਰ ਕੁਛ ਲਿਖਤ ਹੁੰਦੀ ਹੈ, ਉੱਥੇ ਉਹ ਕੁਛ ਹੋਰ ਹੁੰਦੀ ਹੈ। ਪਰ ਉਸ ਨੂੰ ਜਦੋਂ ਵਿਖਿਆਨ ਕੀਤਾ ਜਾਂਦਾ ਹੈ, ਉਦੋਂ ਵਿਖਿਆਨ ਦੇ ਵਿੱਚ ਫਰਕ ਹੁੰਦਾ ਹੈ। ਉੱਥੋਂ ਜਿਹੜਾ ਉਹ ਤਰਕ ਬੁੱਧੀ ਵਾਲਾ ਹੈ, ਉਹ ਇਹ ਗੱਲ ਆਖਦਾ ਵੀ ਗ੍ਰੰਥ ਵਿੱਚ ਤਾਂ ਇਸ ਤਰ੍ਹਾਂ ਲਿਖਿਆ ਹੈ, ਤੁਸੀਂ ਇਸ ਤਰ੍ਹਾਂ ਕਿਉਂ ਵਿਖਿਆਨ ਕਰਦੇ। ਨਾਲੇ ਤਾਂ ਤੁਸੀਂ ਕਹਿੰਦੇ ਵੀ ਪਰਮੇਸ਼ਰ ਦਾ ਚਿਹਨ ਚੱਕਣ ਕੁਛ ਨਹੀਂ ਹੈ, ਰੂਪ ਰੇਖ ਕੁਛ ਨਹੀਂ ਹੈ, ਵਰਨ ਜਾਤ ਕੋਈ ਨਹੀਂ ਹੈ, ਉਹ ਅਜੂਨੀ ਵਿੱਚ ਨਹੀਂ ਆਉਂਦਾ। ਫਿਰ ਤੁਸੀਂ ਕਹੀ ਵੀ ਜਾਂਦੇ ਹੋ ਕਿ ਰੱਬ ਆਇਆ, ਦਰਸ਼ਨ ਹੋਏ ਹੈ। ਉਹ ਇਹਨਾਂ ਗੱਲਾਂ ਤੋਂ ਫਿਰ ਉਹਦਾ ਬਾਦ ਵਿਵਾਦ ਸ਼ੁਰੂ ਹੋ ਜਾਂਦਾ ਹੈ। ਉਹਨੂੰ ਫਿਰ ਜਿਹੜੇ ਸੰਸਾਰੀ ਧਾਰਮਿਕ ਲੋਕ ਨੇ, ਜਿਨ੍ਹਾਂ ਕੋਲ ਉਹ ਜੀ ਸੋਝੀ ਨਹੀਂ ਹੁੰਦੀ, ਉਹ ਫਿਰ ਰਾਖਸ਼ ਕਹਿ ਦਿੰਦੇ ਹੈ, ਦਾਨਵ ਆਖ ਦਿੰਦੇ। ਫਿਰ ਇਹਨਾਂ ਦਾ ਆਪਸ ਵਿੱਚ ਇਹ ਚੱਲਦਾ ਰਹਿੰਦਾ। ਸੋ ਉਹ ਇਹ ਆਖਦੇ ਹਨ ਕਿ ਅਸੀਂ ਇਹ ਨਹੀਂ ਕਹਿੰਦੇ ਕਿ ਰੱਬ ਨਹੀਂ, ਪਰ ਜਿਸ ਤਰ੍ਹਾਂ ਦਾ ਤੁਸੀਂ ਕਹਿੰਦੇ ਹੋ ਉਸ ਤਰ੍ਹਾਂ ਦਾ ਨਹੀਂ। ਸੋ ਦੇਵਤੇ ਡਰਦੇ ਸਨ ਇਹਨਾਂ ਤੋਂ। ਇੱਥੋਂ ਹੀ ਪਤਾ ਲੱਗਦਾ ਸੀ ਕਿ ਉਹਨਾਂ ਨੂੰ ਕਿ ਇਹਨਾਂ ਕੋਲ ਅਸਲੀ ਰੱਬ ਦਾ ਗਿਆਨ ਨਹੀਂ।
ਜੇ ਅਸਲੀ ਹੁੰਦਾ ਫਿਰ ਡਰਦੇ ਨਾ। ਰਾਖਸ਼ਾਂ ਦੇ ਅੱਗੇ ਦੇਵਤੇ ਭੱਜਦੇ ਆ। ਜੇ ਦੇਵਤਾ ਸੱਚਾ ਹੈ ਫਿਰ ਕਿਉਂ ਡਰਦਾ ਹੈ? ਡਰਦਾ ਉਹ ਹੁੰਦਾ ਜਿਹੜਾ ਝੂਠਾ ਹੁੰਦਾ। ਸੋ ਡਰੈ ਜੇ ਪਾਪ ਕਮਾਉਂਦਾ, ਧਰਮੀ ਬਿਗਸੇਤ। ਧਰਮੀ ਤਾਂ ਪ੍ਰਸੰਨ ਰਹਿੰਦਾ। ਭਗਤ ਸਾਹਿਬਾਨਾਂ ਨੇ ਆ ਕੇ ਅਸਲੀ ਰੱਬ ਦੀ ਵਿਆਖਿਆ ਕੀਤੀ ਕਿ ਅਸਲ 'ਚ ਰੱਬ ਹੈ ਕੀ। ਉਹ ਤਾਂ ਭੱਜੇ ਨਹੀਂ ਕਿਤੋਂ। ਪਰ ਜਿਨ੍ਹਾਂ ਨੇ ਪਹਿਲਾਂ ਰੱਬ ਦੀ ਵਿਆਖਿਆ ਕੀਤੀ ਹੋਈ ਸੀ ਉਹ ਧਾਰਮਿਕ ਆਗੂ ਉਹਨਾਂ ਦਾ ਵਿਰੋਧ ਕਰਦੇ ਸੀ। ਸੋ ਅਸਲ ਵਿੱਚ ਜਿਹੜਾ ਗੁਰਮੁਖ ਹੁੰਦਾ, ਸੱਚਾ ਸੁੱਚਾ ਹੁੰਦਾ, ਉਹ ਝੂਠਿਆਂ ਦੇ ਲਈ ਰਾਖਸ਼ ਹੀ ਹੁੰਦਾ, ਦਾਨਵ ਵੀ ਹੁੰਦਾ। ਤੇ ਜੇ ਦੇਵਤੇ ਅਸਲੀ ਸੀ ਫਿਰ ਉਹ ਡਰਦੇ ਨਾ। ਸੋ ਜਿਹੜੇ ਦਾਨਵ ਨੇ ਜਾਂ ਰਾਖਸ਼ ਨੇ ਉਹ ਕਿਸੇ ਵਿਅਕਤੀ ਨੂੰ ਰੱਬ ਨਹੀਂ ਮੰਨਦੇ। ਕਹਿੰਦੇ ਰੱਬ ਹੈ ਪਰ ਵਿਅਕਤੀ ਨਹੀਂ ਹੋ ਸਕਦਾ। ਵਿਅਕਤੀ ਕਿਵੇਂ ਸਰਬ ਕਲਾ ਸਮਰੱਥ ਹੋ ਸਕਦਾ ਹੈ? ਵਿਅਕਤੀ ਤਾਂ ਅੱਜ ਹੈ, ਕੱਲ ਨੂੰ ਫੇਰ ਸਰੀਰ ਛੱਡ ਜਾਣਾ, ਫਿਰ ਉਸ ਤੋਂ ਬਾਅਦ ਕੀ ਕਰਾਂਗੇ? ਪਰ ਜਿਹੜਾ ਰੱਬ ਹੈ ਉਹ ਸਦਾ ਹੀ ਰਹਿੰਦਾ ਹੈ, ਭਾਵੇਂ ਸ੍ਰਿਸ਼ਟੀ ਹੈ ਭਾਵੇਂ ਨਾ, ਪਰ ਪਰਮੇਸ਼ਰ ਰਹੂਗਾ ਹੀ ਰਹੂਗਾ। ਆਖੈ ਦੇਵ, ਦੇਵ ਹੁੰਦਾ ਮੂਲ। ਅਸਲ ਵਿੱਚ ਦੇਵ ਕਦੇ ਵੀ ਆਪਣੇ ਆਪ ਨੂੰ ਦੇਵਤਾ ਨਹੀਂ ਕਹਾਉਂਦਾ, ਕਿਉਂਕਿ ਉਸ ਨੂੰ ਸੋਝੀ ਹੈ ਕਿ ਦੇਵਤਾ ਛੋਟਾ ਹੁੰਦਾ ਦੇਵ ਦੇ ਨਾਲੋਂ। ਤਾਂ ਹੀ ਗੁਰਬਾਣੀ ਵਿੱਚ ਲਿਖਿਆ ਅੰਤਰ ਦੇਵ ਨ ਜਾਣੈ ਅੰਧ। ਮਨ ਦੇਵਤਾ ਬਣਿਆ ਬੈਠਾ, ਆਪਣੇ ਮੂਲ ਨੂੰ ਦੇਵ ਨਹੀਂ ਜਾਣਦਾ। ਭਾਵ ਦੇਵ ਅੰਦਰੋਂ ਸੱਚ ਆਖਦਾ, ਮਨ ਮਾਇਆ ਕਰਕੇ ਬਦਲ ਦਿੰਦਾ। ਅੰਤਰ ਦੇਵ ਗੁਰਦੇਵ ਪਿਤਾ, ਗੁਰਦੇਵ ਮਾਤਾ। ਗੁਰਦੇਵ ਹੀ ਸਭ ਤੋਂ ਸ੍ਰੇਸ਼ਟ ਹੈ, ਜਿਹੜਾ ਦੇਵ ਦੇਣ ਵਾਲਾ। ਗੁਰ ਕੀ ਆਤਮਿਕ ਸੋਝੀ, ਸੁਗਿਆਨ ਕਿ ਮਾਇਆ ਵਿੱਚੋਂ ਬਾਹਰ ਕਿਵੇਂ ਨਿਕਲਣਾ। ਆਖੈ ਦਾਨਵ, ਆਖੈ ਦੇਵ, ਦੋਨੇ ਹੀ ਆਖਦੇ ਹਨ। ਜਿਹੜਾ ਦੇਵ ਹੈ ਉਹੀ ਦਾਨਵ ਬਣ ਜਾਂਦਾ ਹੈ, ਜਿਹੜਾ ਦਾਨਵ ਹੈ ਉਹੀ ਦੇਵ ਬਣ ਜਾਂਦਾ ਹੈ। ਕਿਉਂਕਿ ਜਿਹੜੀ ਸਾਡੀ ਅੰਤਰ-ਆਤਮਾ ਹੈ, ਪ੍ਰਾਤਮਾ ਹੈ, ਉਹ ਤਾਂ ਸੱਚ ਕਹਿੰਦੀ ਹੈ। ਹੁਣ ਸੱਚੀ ਗੱਲ ਮਨ ਨੂੰ ਚੰਗੀ ਨਹੀਂ ਲੱਗਦੀ, ਮਨ ਫਿਰ ਆਪਣੇ ਮੂਲ ਨੂੰ ਹੀ ਕਹਿ ਦਿੰਦਾ ਇਹ ਤਾਂ ਰਾਖਸ਼ ਹੈ, ਜਦ ਕਿ ਸਾਡਾ ਮੂਲ ਸਾਡੇ ਮਨ ਤੋਂ ਸਹੀ ਕੰਮ ਕਰਵਾਉਣਾ ਚਾਹੁੰਦਾ ਹੈ, ਅਸੀਂ ਗਲਤ ਕਰਨਾ ਚਾਹੁੰਦੇ ਹਾਂ। ਸਾਡਾ ਮੂਲ ਚਾਹੁੰਦਾ ਹੈ ਕਿ ਛੋੜ ਰੇ ਵਿਖਿਆ ਕੇ ਅਸੂਆ, ਪਰ ਮਨ ਨਹੀਂ ਛੱਡਦਾ। ਉਹਦੇ ਲਈ ਤਾਂ ਫਿਰ ਉਹ ਖਤਰਨਾਕ ਹੀ ਹੋਇਆ। ਸੋ ਆਖੈ ਸੁਰ ਨਰ ਮੁਨੀ ਜਨ ਸੇਵ। ਅਸਲ ਵਿੱਚ ਸਾਰੇ ਹੀ ਆਖਦੇ ਹਨ ਕਿ ਪਰਮੇਸ਼ਰ ਹੀ ਸਾਰੀ ਦੁਨੀਆ ਨੂੰ, ਸ੍ਰਿਸ਼ਟੀ ਨੂੰ ਚਲਾ ਰਿਹਾ ਹੈ। ਉਸ ਦੇ ਹੁਕਮ ਤੋਂ ਬਿਨਾਂ ਕੁਝ ਨਹੀਂ ਹੋ ਸਕਦਾ। ਉਹੀ ਅਥਾਹ ਹੈ, ਅਮੁੱਲ ਹੈ, ਉਸ ਦੇ ਅੱਗੇ ਕਿਸੇ ਦਾ ਜ਼ੋਰ ਨਹੀਂ ਚੱਲਦਾ। ਪਰ ਫਿਰ ਮਨ ਭਰੋਸਾ ਨਹੀਂ ਕਰਦਾ। ਮਨ ਆਖਦਾ ਜ਼ਰੂਰ ਹੈ। ਫਿਰ ਉਹ ਗੱਲ ਹੋਈ ਨਾ ਮਨਾ ਵੀ ਜਿਹਨੂੰ ਗੁਰਬਾਣੀ ਕਹਿੰਦੀ ਹੈ ਕਿ ਜਿਨ ਮਨ ਹੋਰ ਮੁਖ ਹੋਰ ਸੇ ਕਾਂਡੇ ਕੱਚੇ। ਉਹ ਵੀ ਆਖਦੇ ਹਨ ਕਿ ਸੇਵਾ ਉਸ ਦੀ ਕਰਨੀ ਹੈ, ਪਰ ਲੋਭੀ ਮਨ ਉਹਨਾਂ ਦੀ ਕਹੀ ਗੱਲ ਛੱਡ ਦਿੰਦਾ ਹੈ। ਉਹਨਾਂ ਦੇ ਬੋਲਾਂ ਨੂੰ ਭੁੱਲ ਕੇ ਉਹਨਾਂ ਦੀ ਸੇਵਾ ਕਰਨ ਲੱਗ ਜਾਂਦਾ। ਸੰਸਾਰੀ ਤਾਂ ਚੰਗਾ ਆਖਦੇ ਹਨ ਪਰ ਨਿਰਾਕਾਰੀ ਦੋਸ਼ੀ ਮੰਨਦੇ ਹਨ। ਗੁਰਬਾਣੀ ਬਾਕ ਹੈ, ਬਚਨ ਹੈ ਗੁਰਬਾਣੀ 'ਚ। ਗੁਰ ਕਹਿਆ ਸਾਕਾਰ ਕਮਾਵੋ, ਗੁਰ ਕੀ ਕਰਨੀ ਕਾਹੇ ਤਾ। ਕਿ ਜੋ ਗੁਰ ਨੇ ਸਾਨੂੰ ਆਖਿਆ, ਜੋ ਗੁਰਮਤਿ ਸਾਨੂੰ ਆਖਦੀ ਹੈ, ਜੋ ਗੁਰਬਾਣੀ ਸਾਨੂੰ ਆਖ ਰਹੀ ਹੈ, ਸਾਕਾਰ ਕਮਾਵੋ। ਕੰਮ ਨਹੀਂ, ਕਾਰ। ਕਾਰ ਹੁੰਦਾ ਦਾਇਰਾ, ਕਿ ਉਸ ਦਾਇਰੇ ਵਿੱਚ ਰਹਿਣਾ, ਉਸ ਦਾਇਰੇ ਤੋਂ ਬਾਹਰ ਨਹੀਂ ਜਾਣਾ।
ਉਹ ਕਮਾਈ ਕਰਨੀ ਹੈ ਕਿ ਇਸ ਦਾਇਰੇ ਚੋਂ ਬਾਹਰ ਨਾ ਜਾਇਆ ਜਾ ਸਕੇ। ਜੇ ਅਸੀਂ ਉਸ ਦਾਇਰੇ ਚੋਂ ਬਾਹਰ ਚਲੇ ਗਏ ਫਿਰ ਸਾਡਾ ਜੀਵਨ ਬੇਅਰਥ ਹੈ। ਗੁਰ ਕੀ ਕਰਨੀ ਕਾਹੇ ਧਾਵੋ, ਜਿਹੜੀ ਉਹ ਕਾਰ ਕੀਤੀ ਹੋਈ ਹੈ ਦਾਇਰਾ ਸਾਨੂੰ, ਅਸੀਂ ਕੀ ਕਰਦੇ ਹਾਂ, ਅਸੀਂ ਇਹੋ ਜਿਹੀ ਕਰਨੀ ਕਰਦੇ ਹਾਂ ਕਿ ਉਹਨੂੰ ਫੜੀਏ, ਉਹਨੂੰ ਵੱਸ 'ਚ ਕਰ ਲਈਏ, ਉਹਨੂੰ ਅਧੀਨ ਕਰ ਲਈਏ। ਇਸ ਤਰ੍ਹਾਂ ਨਹੀਂ ਹੁੰਦਾ। ਸੋ ਆਖੈ ਸੁਰ ਨਰ, ਜਿਹੜੇ ਸ਼ੁੱਧ ਪੁਰਸ਼ ਨੇ ਸੁਰ ਉਹਨਾਂ ਨੂੰ ਆਖਦੇ ਆ ਸੱਚਖੰਡ 'ਚੋਂ। ਪਰ ਸਾਡੇ ਸੰਸਾਰ ਦੇ ਵਿੱਚ ਵੀ ਸੁਰ ਹੈਗੇ, ਜਿਹੜੇ ਬ੍ਰਾਹਮਣ ਨੇ ਉਹ ਆਪਣੇ ਆਪ ਨੂੰ ਦੇਵਤਾ ਮੰਨੀ ਜਾਂਦੇ। ਨਰ ਹੁੰਦਾ ਮਨੁੱਖ, ਮੁਨੀ ਜਿਹੜੇ ਸਰੀਰ ਕਰਕੇ ਚੁੱਪ ਰਹਿੰਦੇ ਪਰ ਗੁਰਮੁਖ ਮਨ ਕਰਕੇ ਚੁੱਪ ਰਹਿੰਦਾ। ਇਸੇ ਕਰਕੇ ਉਹ ਮੁਨੀ ਦੇ ਨਾਲ ਜਨ ਲੱਗ ਗਿਆ ਕਿ ਉਹਨੂੰ ਸਹੀ ਜਾਣਕਾਰੀ ਹੁੰਦੀ ਹੈ ਵੀ ਚੁੱਪ ਦਾ ਮਨ ਨੂੰ ਕਰਾਉਣਾ ਹੈ। ਨਰ ਤਾਂ ਸਾਡਾ ਮੂਲ ਹੈ। ਰੇ ਨਰ ਗਰਭ ਕੁੰਡਲ ਮੈਂ ਆਚ, ਜਿਹੜਾ ਗਰਭ ਕੁੰਡਲ 'ਚ ਆਇਆ ਹੋਇਆ ਸੁਰ ਹੈ ਸਾਡਾ ਆਪਣਾ ਮੂਲ। ਉਹੀ ਸੁਰ ਹੈ, ਉਹੀ ਨਰ ਹੈ, ਉਹੀ ਮੁਨੀ ਹੈ। ਜਦੋਂ ਉਹਦੀ ਰਜਾ ਦੇ ਅੰਦਰ ਹੈ ਸੁਰ 'ਚ ਹੈ, ਜਦੋਂ ਉਹਦੀ ਰਜਾ ਤੋਂ ਬਾਹਰ ਆਇਆ ਸੁਰ ਹੈ। ਜਦੋਂ ਉਹਦੀ ਰਜਾ ਦੇ ਵਿੱਚ ਹੈ ਸਾਧ ਹੈ, ਜਦੋਂ ਉਹਦੀ ਰਜਾ ਦੇ ਵਿੱਚ ਨਹੀਂ ਅਸਾਧ ਹੈ। ਇੱਕ ਦੀ ਉਹ ਗੱਲ ਬਾਰ-ਬਾਰ ਗੁਰਬਾਣੀ ਕਰਦੀ ਹੈ। ਇਹੀ ਸੇਵਾ, ਸਭ ਤੋਂ ਸ੍ਰੇਸ਼ਟ ਸੇਵਾ ਇਹੀ ਹੈ ਕਿ ਆਖੈ। ਅਸਲ ਵਿੱਚ ਸੇਵਾ ਉਹ ਜੀਵ ਆਤਮਾ ਕਰਦੀ ਹੈ ਜਿਹੜੀ ਉਹਦੀ ਰਜਾ ਵਿੱਚ ਰਹਿੰਦੀ ਹੈ। ਹਰ ਕੀ ਸੇਵਾ ਤੁਮ ਕਰੋ, ਦੂਜੀ ਸੇਵਾ ਨਾ ਕਰੋ ਕੋਈ। ਹਰ ਦੀ ਸੇਵਾ ਹੈ ਜਿਹੜੀ, ਜੋ ਹਰ ਕਹਿ ਰਿਹਾ ਉਹਦੀ ਕਮਾਈ ਕਰਨੀ, ਉਹੀ ਸੇਵਾ ਦਰਗਾਹ ਦੇ ਅੰਦਰ ਪ੍ਰਵਾਨ ਹੈ। ਗੁਰ ਕੀ ਸੇਵਾ ਸ਼ਬਦ ਵਿਚਾਰ, ਹਰ ਵੇਲੇ ਵਿਚਾਰ ਦਾ ਰਹਿਣਾ, ਹਰ ਵੇਲੇ ਆਪਣੇ ਮਨ ਨੂੰ ਵਾਸ਼ਨਾਵਾਂ ਤੋਂ ਰੋਕੀ ਰੱਖਣਾ। ਕੀਤੇ ਆਖੈ ਆਖਣ ਪਾਹੇ, ਕੀਤੇ ਕਹਿ ਕਹਿ ਉੱਠ ਉੱਠ ਜਾਏ। ਹੁਣ ਪਾਤਸ਼ਾਹ ਕਹਿੰਦੇ ਬਥੇਰੇ ਹਨ ਜੋ ਆਤਮਿਕ ਗਿਆਨ ਇਕੱਠਾ ਕਰ ਰਹੇ ਹਨ ਅਤੇ ਆਖਦੇ ਵੀ ਹਨ, ਪਰ ਮੰਨਦੇ ਪਰਮੇਸ਼ਰ ਨੂੰ ਹੀ ਨੇ। ਭਾਵੇਂ ਇੱਥੋਂ ਕਿਸੇ ਤੋਂ ਵੀ ਗਿਆਨ ਲੈਂਦੇ ਨੇ, ਉਹਨਾਂ ਦਾ ਇਹੀ ਆਖਣਾ ਹੁੰਦਾ ਹੈ ਕਿ ਭਾਈ ਉਸ ਦੀ ਰਜਾ ਵਿੱਚ ਰਹੋ। ਸਾਡੇ ਕੋਲ ਉਸ ਦੀ ਰਜਾ ਹੀ ਹੈ, ਉਹੀ ਅਸੀਂ ਦੇ ਸਕਦੇ ਹਾਂ। ਉਹਨਾਂ ਦੇ ਆਖਣ ਵਿੱਚ ਮਾਇਆ ਦੀ ਪਾਹ ਨਹੀਂ ਹੁੰਦੀ, ਸਗੋਂ ਸੱਚ ਦੀ ਪਾਹ ਵਿੱਚ ਰੰਗੇ ਹੁੰਦੇ ਹਨ। ਇਹੀ ਆਖਦੇ ਹਨ ਕਿ ਭਾਈ ਆਪਣੇ ਕੋਲ ਸਮਾਂ ਹੈ। ਕੀ ਸਮਾਂ ਕਿ ਭਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀ। ਸੋ ਇਹ ਬਾਰੀ ਹੈ, ਭਜੋ ਗੋਬਿੰਦ ਭੂਲ ਮਤ ਜਾਓ, ਮਾਨਸ ਜਨਮ ਕਾ ਇਹੀ ਲਾਹ। ਇਹ ਲਾਹ ਹੈ, ਭਜੋ, ਜੋੜੋ ਆਪਣੇ ਮੂਲ ਦੇ ਨਾਲ। ਕੀਤੇ ਆਖੈ ਆਖਣ ਪਾਏ, ਇਹ ਨਿਸ਼ਾਨੀਆਂ ਦੱਸੀਆਂ ਨੇ ਪਾਤਸ਼ਾਹ ਕਿ ਜਿਹੜਾ ਗੁਰਮੁਖ ਜੋ ਕੁਛ ਵੀ ਆਖਦਾ ਉਹਦੇ ਆਖਣ ਦੇ ਵਿੱਚ ਸੱਚਾਈ ਹੁੰਦੀ ਹੈ, ਭਲਾ ਹੁੰਦਾ ਦੂਜੇ ਦਾ। ਸਤਿਗੁਰ ਸਭਨਾਂ ਦਾ ਭਲਾ ਮਨਾਇਂਦਾ, ਤਿਸ ਦਾ ਬੁਰਾ ਕਿਉਂ। ਉਹ ਕਦੇ ਵੀ ਕਿਸੇ ਦਾ ਬੁਰਾ ਨਹੀਂ ਸੋਚਦਾ। ਪਰ ਕਾ ਬੁਰਾ ਨਾ ਰੱਖੋ ਚੀਤ, ਉਹ ਨਹੀਂ ਚਿੱਤ 'ਚ ਰੱਖਦਾ। ਉਹ ਕਹਿੰਦਾ ਮੇਰਾ ਫਰਜ਼ ਨਹੀਂ ਹੈ, ਮੈਂ ਤਾਂ ਹਰ ਇੱਕ ਦਾ ਭਲਾ ਚਾਹੁੰਦਾ। ਮੇਰੀ ਦ੍ਰਿਸ਼ਟੀ ਦੇ ਵਿੱਚ ਨਾ ਕੋਈ ਮਿੱਤਰ ਹੈ, ਨਾ ਕੋਈ ਵੈਰੀ ਹੈ। ਮੇਰੀ ਦ੍ਰਿਸ਼ਟੀ ਦੇ ਵਿੱਚ ਹੁਕਮ ਹੈ। ਹੁਕਮ ਕਿਵੇਂ ਵਰਤਦਾ ਉਹ ਜਾਣਦਾ। ਮੈਂ ਬਸ ਹੁਕਮ ਦੇ ਅਨੁਸਾਰ ਚੱਲਣਾ ਹੈ। ਔਖਾ ਕਹੋ ਨਾਨਕ ਕੇ ਖੇਲ ਕਠਨ ਹੈ, ਕਿਨ ਗੁਰਮੁਖ ਵਿਰਲੇ ਜਾਤਾ ਹੈ। ਗੁਰਮੁਖ ਜਾਣ ਲੈਂਦਾ। ਕੀਤੇ ਕਹਿ ਕੇ ਉੱਠ ਉੱਠ ਜਾਏ। ਬਹੁਤੇ ਹੋਏ ਨੇ ਜੋ ਤੇਰੇ ਬਾਰੇ ਕਹਿ ਕਹਿ ਕੇ ਭਾਵ ਕਥਾ ਵਾਰਤਾ ਕਰਦੇ ਹਨ, ਤੈਨੂੰ ਬਿਆੰਤ ਬਿਆੰਤ ਆਖਦੇ ਹਨ ਤੇ ਸੰਸਾਰ ਵਿੱਚੋਂ ਚਲੇ ਜਾਂਦੇ ਨੇ। ਸਰੀਰ ਕਰਕੇ
ਸਰੀਰ ਨਹੀਂ ਹੁੰਦਾ, ਆਤਮਾ ਰਹਿੰਦੀ ਹੈ। ਪਰ ਤੂੰ ਫਿਰ ਵੀ ਜਿਵੇਂ ਪਾਤਸ਼ਾਹ ਕਹਿੰਦੇ, ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ, ਉਹ ਅਬਿਨਾਸ਼ੀ ਪੁਰਖ ਹੈ ਸਭ ਮੇਰੇ ਆਸਨ। ਹਰ ਬਥੇਰੇ ਜਾਈ ਜਾ ਰਹੇ ਹਨ, ਬਥੇਰੇ ਆ ਰਹੇ ਨੇ। ਜਿਵੇਂ 10ਵੇਂ ਪਾਤਸ਼ਾਹ ਵੀ ਕਹਿੰਦੇ ਆ, ਆਪ ਆਪਣੀ ਬੁੱਧ ਹੈ ਜੇਤੀ, ਵਰਨਤ ਭਿੰਨ ਭਿੰਨ ਤੋਹਿ ਤੇਤੀ। ਜਿਹੋ ਜੀ ਬੁੱਧੀ ਹੈ ਉਹ ਜਿਹਾ ਵਿਖਿਆਨ ਕਰ ਦਿੰਦੇ। ਪਰ ਜਿਹੜਾ ਗੁਰਮੁਖ ਹੈ ਉਹ ਆਪਣੀ ਬੁੱਧੀ ਨਾਲ ਵਿਖਿਆਨ ਨਹੀਂ ਕਰਦਾ, ਉਹ ਪਰਮੇਸ਼ਰ ਤੋਂ ਬੁੱਧ ਮੰਗਦਾ ਕਿ ਹਾਰ ਪਰਿਓ ਸੁਆਮੀ ਕੇ ਦੁਆਰੇ ਦੀਜੈ ਬੁੱਧ ਵਿਵੇਕਾ, ਵੀ ਆਪਣੇ ਵਾਲੀ ਬੁੱਧ ਦੇ। ਜਿਸ ਆਸਣ ਹਮ ਬੈਠੇ ਕੀਤੇ ਬੈਸ ਗਏ, ਪਤਾ ਨਹੀਂ ਕਿੰਨੇ ਕਿੱਥੇ ਆਉਂਦੇ ਨੇ, ਕਿੰਨੇ ਕੁ ਚਲੇ ਜਾਂਦੇ ਨੇ। ਗੁਰਮੁਖ ਵੀ ਆਖਦੇ ਹਨ ਤੇ ਜਿਹੜੇ ਸੰਸਾਰੀ ਧਾਰਮਿਕ ਲੋਕ ਨੇ ਉਹ ਵੀ ਆਖਦੇ ਆ, ਪਰ ਦੋਨਾਂ ਦੇ ਆਖਣ ਵਿੱਚ ਫਰਕ ਹੈ। ਜਿਹੜਾ ਗੁਰਮੁਖ ਆਖਦਾ ਉਹ ਵੇਖ ਕੇ ਆਖਦਾ, ਤੇ ਜਿਹੜਾ ਸੰਸਾਰੀ ਧਾਰਮਿਕ ਹੈ ਉਹ ਇੱਕ ਰੀਤ ਦੇ ਮੁਤਾਬਕ ਆਖਦਾ, ਮਿਤ ਮਰਜ਼ਾਦਾ ਦੇ ਮੁਤਾਬਕ ਆਖਦਾ, ਕਿਸੇ ਚੀਜ਼ ਦੇ ਵਿੱਚ ਜੁੜ ਕੇ ਆਖਦਾ, ਕਿਸੇ ਦੇ ਪ੍ਰਭਾਵ ਹੇਠ ਆਖਦਾ। ਪਰ ਗੁਰਮੁਖ ਨਿਰਭਉ ਹੋ ਕੇ ਆਖਦਾ, ਗੁਰਮੁਖ ਅਸੀਮ ਹੋ ਕੇ ਆਖਦਾ, ਗੁਰਮੁਖ ਭੈ ਤੋਂ ਮੁਕਤ ਹੋ ਕੇ ਆਖਦਾ। ਏਤੇ ਕੀਤੇ ਹੋਰ ਕਰੇ ਤਾਂ ਆਖ ਨਾ ਸਕੇ ਕਈ। ਪਾਤਸ਼ਾਹ ਜੀ ਕਹਿੰਦੇ, ਹੇ ਪਰਮੇਸ਼ਰ ਜੀ, ਜਿੰਨੇ ਕਹੇ ਹਨ ਪਹਿਲਾਂ ਉਨੇ ਹੀ ਆਖਣ ਵਾਲੇ ਹੋਰ ਪੈਦਾ ਹੋ ਜਾਣ, ਜਾਂ ਤੂੰ ਕਰ ਦੇਵੇਂ ਤਾਂ ਤੇਰਾ ਅੰਤ ਨਹੀਂ ਪਾ ਸਕਦਾ। ਤੂੰ ਬੇਅੰਤੀ ਰਹੇਗਾ, ਅਗੰਮ ਹੋਣ ਵਾਲਾ ਭੇਦ ਬਣਿਆ ਹੀ ਰਹੇਗਾ। ਬੁਝਾਰਤ ਬੁੱਝ ਕੇ ਵੀ ਬੁਝਾਰਤ ਹੀ ਰਹੇਗਾ, ਕਿਉਂਕਿ ਸੰਸਾਰ ਵਿੱਚ ਤੇਰੇ ਨਾਲ ਮਿਲਦੀ ਜੁਲਦੀ ਕੋਈ ਵਸਤੂ ਹੀ ਹੈ ਨਹੀਂ। ਤੇਰੇ ਗੁਣਾਂ ਬਾਰੇ ਕੋਈ ਜਾਣ ਨਹੀਂ ਸਕਦਾ। ਉਹ ਵੀ ਜਿੰਨਾ ਕੁ ਤੂੰ ਬੁਝਾਇਆ, ਉਹੀ ਸੰਸਾਰੀ ਬੋਲੀ ਵਿੱਚ ਜਿਵੇਂ ਤੂੰ ਲਿਖਿਆ ਆਇਆ ਉਵੇਂ ਲਿਖਿਆ। ਤੂੰ ਸਮਰੱਥ ਵੱਡਾ, ਮੇਰੀ ਮੱਤ ਥੋੜੀ ਰਾਮ। ਤੂੰ ਹੀ ਸਮਰੱਥ ਹੈ, ਨਹੀਂ ਆਖ ਸਕਦਾ ਕੋਈ ਭਾਵੇਂ ਜਿੰਨਾ ਮਰਜ਼ੀ ਯਤਨ ਕਰ ਲਵੇ। ਕੋਈ ਉੱਚੇ ਤੋਂ ਉੱਚਾ ਭਗਵੰਤ ਫਿਰ ਬਣਿਆ ਰਹੇਗਾ। ਏਤੇ ਕੀਤੇ ਹੋਰ ਕਰੀ। ਪਹਿਲਾਂ ਪਤਾ ਨਹੀਂ ਕਿੰਨੇ ਕੁ ਭਗਤ ਹੋਏ, ਉਹਨਾਂ ਨੇ ਹੁਕਮ ਦੀ ਵਿਆਖਿਆ ਕੀਤੀ ਤਾਂ ਆਖ ਨਾ ਸਕੇ ਕਿ ਇੰਨਾ ਕੁਝ ਉਹ ਆਖ ਵੀ ਗਏ ਪਾਤਸ਼ਾਹ ਕਹਿੰਦੇ, ਪਰ ਫਿਰ ਵੀ ਨਹੀਂ ਕਿਹਾ। ਇਸ ਕਰਕੇ ਜਿਹੜਾ ਹੁਕਮ ਹੈ ਇਹ ਸਦਾ ਲਈ ਬੁਝਾਰਤ ਹੀ ਰਹਿੰਦਾ, ਇਹ ਬੁੱਝਣਾ ਹੀ ਪੈਂਦਾ। ਤੇ ਜਿੰਨਾ ਚਿਰ ਹੁਕਮ ਬੁੱਝਿਆ ਨਹੀਂ ਜਾਂਦਾ, ਉਨਾ ਚਿਰ ਭਵਸਾਗਰ ਚੋਂ ਖਹਿੜਾ ਨਹੀਂ ਛੁੱਟਦਾ। ਜੇ ਵਡ ਭਾਵੈ ਤੇ ਵਡ ਹੋਏ, ਨਾਨਕ ਜਾਣੈ ਸੱਚ ਅਸ। ਜੇ ਤੂੰ ਚਾਹੇ ਕਿ ਪਸਾਰਾ ਹੋਰ ਵੱਡਾ ਕਰਨਾ ਤਾਂ ਕਰ ਸਕਦਾ। ਪਹਿਲਾਂ ਵੀ ਤੂੰ ਹੀ ਪਸਾਰਾ ਕੀਤਾ, ਕੀ ਕਾਰਨ ਸੀ, ਕੀ ਵਜ੍ਹਾ ਸੀ, ਕਿਉਂ ਕੀਤਾ, ਕਦੋਂ ਕੀਤਾ, ਇਹ ਤੂੰ ਹੀ ਜਾਣਦਾ। ਤੂੰ ਸਾਚਾ ਹੈ, ਤੇਰੀ ਇੱਛਾ ਹੈ, ਤੂੰ ਹੀ ਜਾਣੇ। ਸੋ ਬੁੱਝ ਕੇ ਵੀ ਬੁਝਾਰਤ ਉਵੇਂ ਦੀ ਉਵੇਂ ਖੜੀ ਹੈ ਸਾਹਮਣੇ। ਸਾਹਿਬ ਮੇਰਾ ਗੀਤ। ਇਹ ਗੱਲ ਠੀਕ ਹੈ ਕਿ ਕਰਤੇ ਕੀ ਮਿਤ ਕਰਤਾ ਜਾਣੇ, ਕਹਿ ਜਾਣੇ ਗੁਰਸੂਰਾ, ਕਿ ਤੂੰ ਹੀ ਜਾਣਦਾ ਆਪਣੀ ਮਿੱਤ ਬਾ ਇੱਛਾ ਨੂੰ। ਕੀ ਜਾਣ ਸਕਦਾ ਗੁਰਸੂਰਾ? ਗੁਰਸੂਰਾ ਕੌਣ ਹੈ? ਪੂਰਨ ਬ੍ਰਹਮ, ਜਿਹੜਾ ਇਸ ਭਵ ਸਾਗਰ ਦੇ ਅੰਦਰ ਇੱਕ ਹੋ ਗਿਆ। ਗੁਰਸੂਰਾ ਵੀ ਨਹੀਂ ਜਾਣਦਾ, ਇਸ ਕਰਕੇ ਹੀ ਤਾਂ ਮੰਗਦਾ ਰਹਿੰਦਾ। ਭਾਵ ਕਿ ਜਿਹੜਾ ਇੱਥੇ ਆ ਕੇ ਇੱਕ ਹੋ ਜਾਂਦੀ ਹੈ ਜੋਤ, ਉਹਨੂੰ ਵੀ ਨਹੀਂ ਪਤਾ ਵੀ ਸੱਚਖੰਡ ਚੋਂ ਕੀ ਹੁਕਮ ਆਉਣਾ। ਉਹਨੂੰ ਵੀ ਉਦੋਂ ਪਤਾ ਲੱਗਦਾ ਜਦੋਂ ਉਹਦੇ ਹਿਰਦੇ 'ਚ ਆ ਕੇ ਸਪਰਸ਼ ਕਰ ਜਾਂਦਾ। ਸਪਰਸ਼ ਕਰੇ ਤੋਂ ਬਾਅਦ ਉਹ ਬੋਲਦਾ, ਉਹ ਵਰਤ ਜਾਂਦਾ ਹੈ। ਪਰ ਉਹਨੂੰ ਪਹਿਲਾਂ ਨਹੀਂ ਪਤਾ ਹੁੰਦਾ ਵੀ ਕੀ ਹੋਊਗਾ।
ਇੱਥੋਂ ਵੀ ਗੱਲ ਸਿੱਧ ਹੋ ਜਾਂਦੀ ਹੈ ਕਿ ਸਾਰਾ ਕੁਝ ਪਰਮੇਸ਼ਰ ਦੇ ਹੱਥ 'ਚ ਹੈ। ਕਿਸੇ ਜੀਵ ਦੇ, ਭਾਵੇਂ ਜੀਵ ਇੱਥੇ ਆ ਕੇ ਇੱਕ ਹੋ ਜਾਂਦਾ, ਇੱਕ ਹੋ ਕੇ ਵੀ ਉਹਦੇ ਅੱਗੇ ਝੁਕਿਆ ਰਹਿੰਦਾ। ਤਾਂ ਹੀ ਕਹਿ ਰਿਹਾ ਨਾ, ਨਾਨਕ ਨਾਮ ਮਿਲੇ ਤਾਂ ਜੀਵਾਂ। ਇਹਦਾ ਮਤਲਬ ਜਿੰਨਾ ਚਿਰ ਇੱਕ ਹੈ ਉਨਾ ਚਿਰ ਹੀ ਜੀਵਨ ਹੈ। ਜੇ ਇੱਕ ਤੋਂ ਦੁਬਾਰਾ ਸਹਿਭੰਗ ਹੋ ਗਿਆ, ਅਰੇ ਹੋ ਸਕਦਾ ਇਹਦੇ ਕੋਲ ਆਪਣੇ ਕੋਲ ਤਾਕਤ ਹੈ, ਜੀਵ ਖੁਦ ਮੁਖਤਿਆਰ ਹੈ, ਦੁਬਾਰਾ ਸਹਿਭੰਗ ਹੋ ਗਿਆ ਤੇ ਵੀ ਤਾਂ ਦਾਲ ਹੋ ਗਿਆ, ਫਿਰ ਇੱਕ ਨਹੀਂ ਰਿਹਾ। ਇਸੇ ਕਰਕੇ ਫਿਰ ਮ੍ਰਿਤਿੂ ਹੈ, ਜਿਹੜੀ ਅਸਲੀ ਮ੍ਰਿਤਿੂ ਹੈ। ਇਸੇ ਕਰਕੇ ਗੁਰਮੁਖ ਨੇ ਜਿਹੜੇ ਸਦਾ ਹੀ ਉਹਦੇ ਹੁਕਮ ਦੇ ਅੱਗੇ ਝੁਕੇ ਰਹਿੰਦੇ ਕਿ ਜਿੰਨਾ ਚਿਰ ਸ੍ਰਿਸ਼ਟੀ ਦੇ ਵਿੱਚ ਸਰੀਰ ਹੈ ਕੋਲ, ਉਨਾ ਚਿਰ ਸੁਰਤ ਉਹਦੇ ਅੱਗੇ ਝੁਕੀ ਰਹੇ। ਨਮਸਕਾਰ ਤਿਸੀ ਕੋ ਹਮਾਰੀ, ਬਸ ਨਮਸਕਾਰ ਹੀ ਰਹੇ, ਸਿਰ ਚੁੱਕਣਾ ਹੀ ਨਹੀਂ ਹੈ, ਆਲਾ ਦਾਲਾ ਦੇਖਣਾ ਹੀ ਨਹੀਂ ਹੈ। ਤੇ ਸਰੀਰ ਇੱਥੇ ਰਹਿ ਜਾਂਦਾ, ਸੁਰਤ ਝੁਕੀ ਦੀ ਝੁਕਾਈ ਹੋਈ ਸੱਚਖੰਡ ਜਾ ਵੜਦੀ ਹੈ। ਔਖੀ ਸਮਝ, ਬੜੀ ਔਖੀ ਗੱਲ ਹੈ। ਗੁਰਸੂਰਾ ਹੁੰਦਾ ਪੂਰਨ ਬ੍ਰਹਮ। ਗੁਰਸੂਰਾ ਵੀ ਇਹ ਨਹੀਂ ਜਾਣਦਾ ਕਿ ਪਰਮੇਸ਼ਰ ਨੇ ਕੀ ਕਰਨਾ, ਭਾਵੇਂ ਇੱਕ ਵੀ ਹੋ ਗਿਆ। ਜਿਵੇਂ ਸਮੁੰਦਰ ਹੈ, ਸਮੁੰਦਰ 'ਚੋਂ ਲਹਿਰ ਉੱਠ ਖੜੀ, ਹੁਣ ਲਹਿਰ ਨੂੰ ਕੋਈ ਪਤਾ ਨਹੀਂ ਕਿੱਥੇ ਜਾ ਕੇ ਖਤਮ ਹੋ ਜਾਣਾ। ਤੇ ਜੇ ਹੁਣ ਲਹਿਰ ਮੜ ਜੀ ਉੱਠ ਖੜੇ ਤਾਂ ਇਸ ਗੱਲ ਦਾ ਮਾਣ ਕਰੇ ਕਿ ਮੈਂ ਤਾਂ ਬਾਕੀ ਦੇ ਸਮੁੰਦਰ ਦੇ ਪਾਣੀ ਨਾਲੋਂ ਬੜੀ ਉੱਚੀ ਹੋ ਗਈ, ਮੈਂ ਪਤਾ ਨਹੀਂ ਕੀ ਕਰ ਦੂੰ। ਉਹ ਕੁਛ ਨਹੀਂ ਕਰ ਸਕਦੀ। ਇਸੇ ਤਰ੍ਹਾਂ ਗੁਰਮੁਖ, ਭਾਵੇਂ ਉਹ ਸੰਸਾਰ ਨਾਲੋਂ ਬਹੁਤ ਉੱਚਾ ਉੱਠ ਖੜਦਾ, ਪਰ ਉਹਦੇ ਅੰਦਰ ਹਉਮੈ ਨਹੀਂ ਆਉਂਦੀ। ਉਹਨੂੰ ਪਤਾ ਹੁੰਦਾ ਅਸਲੀ ਵਜੂਦ ਦਾ ਵੀ ਮੈਨੂੰ ਉੱਚਾ ਠਾਲਣ ਵਾਲਾ ਕੌਣ ਹੈ, ਉਹ ਵੀ ਹੁਕਮ ਹੀ, ਹੁਕਮ 'ਚ ਹੀ ਰਹਿਣਾ ਬਸ। ਉੱਚਾ ਉੱਠ ਕੇ ਵੀ ਉਹਦੇ ਸ਼ੁਕਰ 'ਚ ਹੀ ਰਹਿਣਾ, ਫਿਰ ਉਹ ਜੀਵਨ ਜਿੱਤ ਜਾਂਦਾ। ਤੇ ਜਿਹੜਾ ਮਾੜਾ ਮੋਟਾ ਉੱਚਾ ਉੱਠ ਕੇ ਹੁਕਮ 'ਚੋਂ ਬਾਹਰ ਹੋ ਜਾਂਦੀ ਹੈ, ਜਿਹੜੀ ਲਹਿਰ ਉੱਠਦੀ ਉੱਠਦੀ ਕਿਨਾਰਾ ਟੱਪ ਜਾਂਦੀ ਹੈ, ਫਿਰ ਉਹ ਪਾਣੀ ਨੂੰ ਵਾਪਸ ਆਉਣ ਲਈ ਕਿੰਨਾ ਟਾਈਮ ਲੱਗੂਗਾ। ਸੋ ਨਾਨਕ ਨਾਮ ਮਿਲੇ ਤਾਂ ਜੀਵਾਂ, ਤਨ ਮਨ ਥੀਵੈ ਹਰਿਆ, ਆਖਾਂ ਜੀਵਾਂ ਵਿਸਰੈ ਮਰ ਜਾਓ। ਤੇਰੀ ਇੱਛਾ ਵਰਤੀ ਤੋਂ ਬਾਅਦ ਪੂਰਨ ਬ੍ਰਹਮ ਗੁਰ ਪ੍ਰਸੰਨ ਹੁੰਦਾ। ਉਸ ਨੂੰ ਪ੍ਰਾਪਤ ਕਰਕੇ ਭਾਵ ਤੱਤੀ ਤਵੀ ਤੇ ਬੈਠਣਾ ਹੈ, ਭਾਵੇਂ ਸੋਹਣਾ ਆਸਣ ਤੇ ਇੱਕੋ ਹੀ ਗੱਲ ਲੱਗਦੀ। ਇਹ ਗੱਲ ਹੁਕਮੀਆਂ ਦੀ ਹੈ। ਹੁਕਮ ਵਿੱਚ ਰਹਿ ਕੇ ਹੀ ਉਸ ਨੂੰ ਆਖਿਆ ਜਾਂਦਾ ਵੀ ਤੂੰ ਅਮੁੱਲ ਹੈ, ਤੂੰ ਅਪਾਰ ਹੈ, ਤੂੰ ਬੇਅੰਤ ਹੈ। ਜੇ ਵਡ ਭਾਵੈ ਤੇ ਵਡ ਹੋਏ, ਜਿਹੜਾ ਕੁਛ ਉਹਨੂੰ ਪਾਉਂਦਾ ਉਹੀ ਹੁੰਦਾ। ਨਾਨਕ ਜਾਣੈ, ਨਾਨਕ ਜੀ ਕਹਿੰਦੇ ਜਾਣ ਉਹ ਸਕਦਾ ਸੱਚਾ ਸੋਏ, ਜਿਹਦੇ ਕੋਲ ਸੱਚੇ ਦੀ ਸੋਏ ਹੈ, ਜਿਹਦੇ ਕੋਲ ਖਬਰ ਹੈ। ਇਹ ਵੀ ਗੱਲ ਉਹਨੂੰ ਹੀ ਪਤਾ ਲੱਗਦੀ ਹੈ, ਪੂਰਨ ਬ੍ਰਹਮ ਨੂੰ ਹੀ ਪਤਾ ਲੱਗਦੀ ਹੈ ਵੀ ਆਹੀ ਭਾਣਾ, ਆਹੀ ਹੁਕਮ ਪਰਮੇਸ਼ਰ ਦਾ। ਨਹੀਂ ਤਾਂ ਪਤਾ ਹੀ ਨਹੀਂ ਲੱਗਦਾ ਵੀ ਆਪਣਾ ਭਾਣਾ ਕੀ ਹੈ ਤੇ ਗੁਰ ਕਾ ਭਾਣਾ ਕੀ ਹੈ। ਦੋ ਭਾਣੇ ਚੱਲਦੇ ਆ, ਇੱਕ ਗੁਰ ਕਾ ਭਾਣਾ, ਇੱਕ ਆਪਣਾ ਭਾਣਾ। ਜੇ ਤਾਂ ਗੁਰ ਕੇ ਭਾਣੇ ਵਿੱਚ ਚੱਲਦਾ ਫਿਰ ਤਾਂ ਜੀਵਨ ਸਫਲ ਹੈ, ਜੇ ਆਪਣੇ ਭਾਣੇ ਵਿੱਚ ਚੱਲਦਾ ਤਾਂ ਜੀਵਨ ਅਸਫਲ ਹੈ, ਫਿਰ ਕਿਸੇ ਗਿਣਤੀ 'ਚ ਨਹੀਂ ਆਉਂਦਾ। ਤਾਂ ਪਾਤਸ਼ਾਹ ਨੇ ਲਿਖਿਆ ਨਾਨਕ ਜਾਣੈ। ਨਾਨਕ ਜੀ ਕਹਿੰਦੇ ਉਹ ਜਾਣ ਜਾਂਦਾ। ਨਾਨਕ ਜੀ ਪੂਰਨ ਬ੍ਰਹਮ ਨੇ, ਸਤਿਗੁਰ ਨੇ, ਇਹ ਜਾਣ ਗਏ ਸੀਗੇ ਕਿ ਸੱਚਾ ਸੋਏ, ਇਹ ਹੈ ਸੱਚੇ ਦਾ ਹੁਕਮ, ਇਹੀ ਮੰਨਣਾ, ਇਹਦੇ ਅਨੁਸਾਰ ਹੀ ਚੱਲਣਾ। ਸਾਰਿਆਂ ਨੇ ਜਾਣਿਆ, ਧਰੂ ਜੀ ਨੇ ਜਾਣਿਆ, ਪ੍ਰਹਲਾਦ ਜੀ ਨੇ ਜਾਣਿਆ, ਕਬੀਰ ਸਾਹਿਬ ਜੀ ਨੇ ਜਾਣਿਆ, ਸਾਰੇ ਗੁਰਮੁਖਾਂ ਨੇ ਉਸੇ ਹੁਕਮ ਨੂੰ ਜਾਣਿਆ, ਬੁੱਝਿਆ, ਫਿਰ ਉਹਦੇ ਅਨੁਸਾਰ ਚੱਲੇ। ਨਹੀਂ ਤੱਤੀ ਤਵੀ ਤੇ ਬਹਿਣਾ ਕੋਈ ਸੌਖੀ ਗੱਲ ਥੋੜ੍ਹਾ, ਕੁਛ ਵੀ ਕਰ ਸਕਦੇ, ਕਿਉਂਕਿ ਜਾਣ ਲਿਆ ਸੀ ਵੀ ਹੁਕਮ ਵਰਤਦਾ।
ਜੇ ਹੁਣ ਆਪਣਾ ਕੋਈ ਕੱਪੜਾ ਲਾ ਕੇ ਅੱਗ 'ਚ ਸਿੱਟ ਦੇਵੇ, ਆਪਾਂ ਪਰੇ ਖੜੇ ਹੋਈਏ, ਕੱਪੜਾ ਲਾ ਕੇ ਕੋਈ ਅੱਗ 'ਚ ਸਿੱਟ ਦੇਵੇ, ਹੁਣ ਆਪਾਂ ਨੂੰ ਤਾਂ ਕੋਈ ਸੇਕ ਨਹੀਂ ਲੱਗਦਾ, ਤਾਂ ਕੱਪੜਾ ਸੜਦਾ ਹੈ। ਇਹੀ ਭੇਦ ਸੀ। ਪੰਜਵੇਂ ਪਾਤਸ਼ਾਹ ਦੀ ਜੋਤ ਤੇ ਤਾਂ ਕੋਈ ਫਰਕ ਹੀ ਨਹੀਂ ਪਿਆ, ਜਾਤ ਲਾ ਕੇ ਸੁੱਟੀ ਹੈ, ਜਾਤ ਲਾ ਕੇ ਉਹਨਾਂ ਨੇ ਅੱਗ 'ਚ ਸੁੱਟਤੀ। ਹੁਣ ਜਾਤ ਨੂੰ ਫਰਕ ਹੋਊ, ਜਾਤ ਨਾਲ ਤਾਂ ਪਾਤਸ਼ਾਹ ਦਾ ਕੋਈ ਸੰਬੰਧ ਹੀ ਨਹੀਂ ਸੀ। ਤਾਂ ਹੀ ਤਾਂ ਗੁਰਬਾਣੀ 'ਚ ਲਿਖਿਆ, ਜਾਣੋ ਜੋਤ ਨਾ ਪੁੱਛੋ ਜਾਤੀ, ਅੱਗੇ ਜਾਤ ਨਾ ਹੈ। ਆਰਾ ਚੱਲਦਾ ਸੀਸ ਦੇ ਉੱਪਰ ਭਾਈ ਸਾਹਿਬ ਦੇ, ਹੁਣ ਆਰਾ ਚਲਾ ਰਹੇ ਉਹਨਾਂ ਨੂੰ ਤਾਂ ਉਹ ਸਰੀਰ ਲੱਗਦਾ, ਪਰ ਉਹ ਕੱਪੜਾ ਪਾੜਦੇ ਆ। ਹੁਣ ਭਾਈ ਸਾਹਿਬ ਤਾਂ ਪਰੇ ਖੜੇ ਆ, ਉਹਨਾਂ ਦੀ ਆਤਮਾ ਤਾਂ ਪਰੇ ਖੜੀ ਹੈ ਸੱਚਖੰਡ ਦੇ ਅੰਦਰ, ਚੀਰਿਆ ਜਾ ਰਿਹਾ ਕੱਪੜਾ। ਉਹ ਖੁਸ਼ ਹੁੰਦਾ ਜਲਾਦ, ਹੰਕਾਰੀ ਪੁਰਸ਼, ਕਿ ਮੈਂ ਇਹਦਾ ਸਰੀਰ ਦੁਫਾੜ ਕਰ ਰਿਹਾ। ਉਸ ਮੂਰਖ ਨੂੰ ਇਹ ਨਹੀਂ ਪਤਾ ਵੀ ਤੂੰ ਕੱਪੜਾ ਦੁਫਾੜ ਕਰ ਰਿਹਾ। ਜੇ ਸਰੀਰ ਦੁਫਾੜ ਹੁੰਦਾ ਤੇ ਫਿਰ ਤਕਲੀਫ ਨਾ ਹੋਵੇ। ਸਰੀਰ ਦੁਫਾੜ ਹੋਇਆ ਸੀ ਸੱਚਖੰਡ ਦੇ ਅੰਦਰ, ਤਕਲੀਫ ਹੋਈ, ਤਾਂ ਹੀ ਤਾਂ ਇੱਥੇ ਭਵ ਸਾਗਰ 'ਚ ਆਉਣਾ ਪਿਆ, 84 ਲੱਖ ਭੁਗਤਣੀ ਪਈ। ਹੁਣ ਤਾਂ ਆ ਕੇ ਸਰੀਰ ਇੱਕ ਹੋਇਆ, ਦਵੈ ਤੇ ਏਕ ਰੂਪ ਹੋਏ ਗਇਓ। ਹੁਣ ਤਾਂ ਸੁਖੀ ਹੋਇਆ, ਹੁਣ ਤਾਂ ਨਾਨਕ ਨਾਮ ਮਿਲੇ ਤਾਂ ਜੀਵਾਂ, ਹੁਣ ਤਾਂ ਜੀਵਨ ਹੈ, ਹੁਣ ਤਾਂ ਸੁਖੀ ਹੈ, ਹੁਣ ਤਾਂ ਲੱਖ ਖੁਸ਼ੀਆਂ ਨੇ। ਹੁਣ ਤਾਂ ਵੇਖ ਲਿਆ ਕਿ ਹੁਣ ਤਾਂ ਖੁਸ਼ੀ ਬਹੁਤ ਹੈ। ਬਸ ਕੱਪੜਾ ਸੀ, ਕੱਪੜਾ ਲਾ ਕੇ ਸੁੱਟਤਾ। ਕੱਪੜ ਰੂਪ ਸੁਹਾਵਣਾ, ਛੱਡ ਦੁਨੀਆ ਅੰਦਰ ਜਾਵਣਾ। ਬੜਾ ਸੁਹਾਵਣਾ ਲੱਗਦਾ ਲੋਕਾਂ ਨੂੰ, ਉਹ ਕਹਿੰਦੇ ਇਸ ਤਾਂ ਛੱਡਤਾ, ਛੱਡ ਦੁਨੀਆ ਅੰਦਰ, ਦੁਨੀਆ 'ਚ ਛੱਡਤਾ ਕੱਪੜਾ ਵੀ। ਆ ਲਓ ਭਾਈ ਜਾਵਣਾ, ਇਸ ਤਾਂ ਚੱਲੇ ਆ ਆਪਣੇ ਘਰ ਨੂੰ। ਉਹ ਅਸਲੀ ਕੱਪੜਾ ਉਹਨਾਂ ਦੇ ਉੱਪਰ ਆ ਗਿਆ, ਹੁਕਮ ਉਹਨਾਂ ਦੇ ਉੱਪਰ ਆ ਗਿਆ। ਪ੍ਰੇਮ ਪਟੋਲਾ ਤਹਿਸੈ ਦਿੱਤਾ ਢੱਕਣ ਕੂ ਪਤ ਮੇਰੀ, ਪਤ ਢੱਕ ਲਈ। ਉਹ ਪਤ ਛੇਤੀ ਘਰ ਜਾਵੋ। ਅਸੀਂ ਕੀ ਕਰਦੇ ਹਾਂ, ਹੇ ਮੇਰੇ ਮਨਾ ਤੂੰ ਕੀ ਕਰਦਾ? ਤੂੰ ਇਹ ਬਾਹਰਲੇ ਕੱਪੜੇ ਨਾਲ ਜੁੜ ਗਿਆ, ਤੂੰ ਆਪਣਾ ਆਪਾ ਭੁੱਲ ਗਿਆ। ਜਦੋਂ ਕੱਪੜੇ ਨੂੰ ਕੋਈ ਤਕਲੀਫ ਹੁੰਦੀ ਹੈ ਵੇ ਤੂੰ ਵੀ ਦੁਖੀ ਹੁੰਦਾ ਨਾਲ, ਵੀ ਮੇਰੇ ਕੱਪੜੇ ਨੂੰ ਕਿਉਂ ਛੇੜਦੇ? ਸੇ ਗੁਰਮੁਖ ਨਹੀਂ ਤੇ ਜਾਣ ਉਹੀ ਸਕਦਾ, ਜੇ ਵੱਡ ਭਾਵੈ ਤੇ ਵੱਡ ਹੋਏ। ਕਿ ਉਹਨੂੰ ਕੀ ਭਾ ਰਿਹਾ, ਹੁਕਮ ਕੀ ਕਰਵਾ ਰਿਹਾ, ਹੁਕਮ ਕਿਵੇਂ ਵਰਤ ਰਿਹਾ, ਕੀ ਇਹ ਖੇਡ ਹੁਕਮ 'ਚ ਕਿਸ ਤਰ੍ਹਾਂ ਚੱਲ ਰਹੀ ਹੈ, ਕਿਵੇਂ ਚਲਾਉਂਦਾ ਉਹ, ਸਾਰੀ ਸੋਝੀ ਗੁਰਮੁਖਾਂ ਨੂੰ। ਇੱਥੋਂ ਤੱਕ ਕਿ ਅੱਜ ਦੀ ਵਿਚਾਰ ਸੀ ਜੋ ਗੁਰਕਿਰਪਾ ਦੁਆਰਾ ਕੀਤੀ ਗਈ ਹੈ। ਅਗਲੀ ਵਿਚਾਰ ਜੇ ਗੁਰ ਨੇ ਚਾਹਿਆ ਫਿਰ ਕੀਤੀ ਜਾਵੇਗੀ। ਹੋਈਆਂ ਬੇਅੰਤ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।